ਸੋ ਯੂਕੇ ਦੀ ਗੱਲ ਕਰੀਏ ਤਾਂ ਚੰਗੇ ਰਿਜ਼ਲਟਸ ਤਾਂ ਯੂਕੇ ਤੋਂ ਮਿਲਦੇ ਹੀ ਨੇ, ਪਰ ਗੱਲ ਅੱਜ ਆਪਾਂ ਖਾਸ ਤੌਰ ਤੇ ਜੀਐਨਐਮ ਵਾਲਿਆਂ ਦੀ ਵੀ ਕਰਾਂਗੇ। ਸਵਾਲ ਬਹੁਤ ਸਾਰੇ ਆਏ ਨੇ, ਕਿੰਨੀਆਂ ਕੁ ਚੰਗੀਆਂ ਆਪਸ਼ਨਸ ਜੀਐਨਐਮ ਵਾਲਿਆਂ ਲਈ ਵੀ ਅਵੇਲੇਬਲ ਨੇ, ਕਿਸ ਤਰ੍ਹਾਂ ਆਪਣੇ ਫਿਊਚਰ ਨੂੰ ਜੋ ਹੈ ਬ੍ਰਾਈਟ ਕਰ ਸਕਦੇ ਨੇ ਯੂਕੇ ਦੇ ਵਿੱਚ। ਤੇ ਨਾਲ ਦੀ ਨਾਲ ਗੱਲ ਕੁਝ ਆਪਾਂ ਕਰਾਂਗੇ ਜ਼ਰੂਰ, ਜਿਹੜੇ ਸੈਪਟੈਂਬਰ ਇਨਟੇਕ ਨੂੰ ਲੈ ਕੇ ਰਿਜ਼ਲਟਸ ਆ ਰਹੇ ਨੇ, ਕਿਸ ਤਰ੍ਹਾਂ ਦਾ ਟ੍ਰੈਂਡ ਬਣਿਆ ਹੋਇਆ ਹੈ, ਉਸਦੇ ਉੱਪਰ ਵੀ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸੋ ਮੈਮ ਸਭ ਤੋਂ ਪਹਿਲਾਂ ਜੇ ਆਪਾਂ ਅੱਜ ਗੱਲ ਕਰੀਏ ਜੀਐਨਐਮ ਦੀ ਗੱਲ ਜ਼ਰੂਰ ਕਰਨਾ ਚਾਹੂੰਗੀ। ਲਗਾਤਾਰ ਕਾਫੀ ਟਾਈਮ ਤੋਂ ਸਾਡੇ ਕੋਲ ਸਵਾਲ ਆ ਰਹੇ ਸੀ, ਪਰ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਤੋਂ ਹੀ ਇਸ ਦਾ ਜਵਾਬ ਲੈਣਾ ਚਾਹਾਂਗੇ ਕਿ ਜੀਐਨਐਮ ਵਾਲਿਆਂ ਲਈ ਕਿੰਨੀਆਂ ਚੰਗੀਆਂ ਆਪਸ਼ਨਸ ਔਰ ਫਿਊਚਰ ਦੀ ਸੈਟਲਮੈਂਟ ਲਈ ਯੂਕੇ ਨੂੰ ਕਿਸ ਤਰ੍ਹਾਂ ਨਾਲ ਦੇਖਿਆ ਜਾਵੇ। ਦੇਖੋ, ਕੋਈ ਵੀ ਜੀਐਨਐਮ ਵਰਲਡ ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਨਰਸਿੰਗ ਸਟੂਡੈਂਟਸ ਦੀ ਹਮੇਸ਼ਾ ਹੀ ਹੁੰਦੀ ਹੈ ਜੀ। ਨਾਟ ਓਨਲੀ ਇਨ ਯੂਕੇ, ਐਨੀਵੇਅਰ ਇਨ ਦਾ ਵਰਲਡ। 1 ਤੋਂ 2 ਸਾਲ ਦਾ ਐਕਸਪੀਰੀਅੰਸ ਹੈ, ਉਹ ਡਾਇਰੈਕਟ ਹੀ ਜਾ ਸਕਦੇ ਆ ਕੰਮ ਕਰਨ। ਇੱਕ ਬਹੁਤ ਹੀ ਅੱਛੀ ਆਪਸ਼ਨ ਰਹਿੰਦੀ ਹੈ ਉਹਨਾਂ ਦੇ ਕੋਲ। ਜੇ ਮੰਨ ਲਓ ਉਹਨਾਂ ਦੇ ਕੋਲ ਐਕਸਪੀਰੀਅੰਸ ਨਹੀਂ ਹੈ, ਬੈਚਲਰ ਆਫ ਨਰਸਿੰਗ ਕਰਨਾ ਚਾਹੁੰਦੇ ਹੋ, ਯੂਕੇ ਦੇ ਵਿੱਚ ਕਰਨਾ ਚਾਹੁੰਦੇ ਆ, ਤੇ ਉਹਨਾਂ ਦਾ ਆਇਲਟਸ ਸਕੋਰ 6.5 ਨਾਟ ਲੈਸ ਦੈਨ 6 ਹੋਣਾ ਚਾਹੀਦਾ ਹੈ ਜੀ। ਹੁਣ ਮੰਨ ਲਓ ਉਹ ਸਕੋਰ ਨਹੀਂ ਆਉਂਦਾ, ਤੇ ਫਿਰ ਇਹਨਾਂ ਦੀ ਕੀ ਸੋਲੂਸ਼ਨ ਹੈ? ਫਿਰ ਇਹਨਾਂ ਦਾ ਬੈਚਲਰ ਆਫ ਹੈਲਥ ਸਾਇੰਸ ਹੋ ਜਾਂਦਾ ਹੈ 6 ਬੈਂਡ ਨਾਟ ਲੈਸ ਦੈਨ 5.5 ਬੈਂਡ ਜੀ। ਤੇ ਇਹ ਇਹਨਾਂ ਦੀ ਆਪਸ਼ਨ ਹੁੰਦੀ ਹੈ। ਕਿਉਂਕਿ ਜਿਹੜੀ ਬਾਹਰ ਦੀ ਕੰਟਰੀ 'ਚ ਤੁਸੀਂ ਜਾ ਰਹੇ ਹੋ, ਆਇਲਟਸ ਇੱਕ ਮਾਪਦੰਡ ਹੈ ਤੁਹਾਡੇ ਇੰਗਲਿਸ਼ ਦੇ ਸਮਝਣ ਦਾ, ਇੰਗਲਿਸ਼ ਦੇ ਪੜ੍ਹਨ ਦਾ, ਸੁਣਨ ਦਾ ਔਰ ਲਿਖਣ ਦਾ। ਕਿਉਂਕਿ ਜਿਹੜੀ ਕੰਟਰੀ 'ਚ ਆਪਾਂ ਜਾ ਰਹੇ ਹਾਂ, ਹੈਲਥ ਤੋਂ ਰਿਲੇਟਡ ਥੋੜ੍ਹੇ ਜਿਹੇ ਸਟ੍ਰਿਕਟ ਹੁੰਦੇ ਆ। ਰੀਜ਼ਨ ਬੀਇੰਗ ਕਿ ਜਿਹੜੇ ਆਪਾਂ ਪੇਸ਼ੈਂਟ ਨੂੰ ਮਿਲਣਾ, ਉਹ ਲੋਕਲ ਪੇਸ਼ੈਂਟ ਹੈ, ਉਹ ਆਪਣੀ ਲੈਂਗੁਏਜ ਨਹੀਂ ਸਮਝਦਾ, ਆਪਾਂ ਨੂੰ ਉਹਨਾਂ ਦੀ ਲੈਂਗੁਏਜ ਸਮਝਣੀ ਹੈ, ਉਹਨਾਂ ਨੂੰ ਲਿਖ ਕੇ ਵੀ ਦੇਣਾ ਪੇਸ਼ੈਂਟ ਨੂੰ। ਬਿਲਕੁਲ ਠੀਕ ਹੈ, ਉਹਨਾਂ ਦਾ ਸੁਣਨਾ ਵੀ ਹੈ। ਇਹ ਬਹੁਤ ਇੰਪੋਰਟੈਂਟ 2 ਮੋਡਿਊਲ ਹੁੰਦੇ ਆ, ਜਿਹੜਾ ਲਿਖਣਾ ਔਰ ਉਹਨਾਂ ਦਾ ਸੁਣਨਾ ਹੈ, ਔਰ ਜਿਹੜਾ ਤੁਸੀਂ ਬੋਲਣਾ ਉਹ ਉਹਨਾਂ ਨੇ ਸਮਝਣਾ ਤੇ ਸਪੀਕਿੰਗ ਆ ਜਾਂਦੀ ਹੈ। ਤੇ ਇਸ ਕਰਕੇ ਇਹਨਾਂ ਦੇ ਜਿਹੜੇ ਆ ਆਇਲਟਸ ਬਹੁਤ ਇੰਪੋਰਟੈਂਟ ਹੈ ਹੈਲਥ ਤੋਂ ਰਿਲੇਟਡ। ਜੇ ਆਪਾਂ ਯੂਕੇ ਦੀ ਗੱਲ ਕਰ ਰਹੇ ਹਾਂ ਤੇ ਇਹ ਫਿਰ ਹਾਫ ਬੈਂਡ ਕੰਮ ਲੈ ਰਹੇ ਆ। ਜੇ ਮੈਂ ਆਸਟ੍ਰੇਲੀਆ ਵਿੱਚ ਬੱਚੇ ਨੂੰ ਭੇਜੂੰਗੀ ਤੇ 7 ਬੈਂਡ ਈਚ ਮੰਗਣਗੇ। ਇਸ ਕਰਕੇ ਯੂਕੇ ਥੋੜਾ ਜਿਹਾ ਕੰਫਰਟੇਬਲ ਹੈ ਫਿਰ ਵੀ ਕੰਮ ਕਰਨ ਵਾਸਤੇ। ਠੀਕ ਹੈ, ਬਿਲਕੁਲ। ਸੋ ਅੱਗੋਂ ਆਪਾਂ ਹੁਣ ਚਲੋ ਸੈਪਟੈਂਬਰ ਇਨਟੇਕ ਨੂੰ ਵੀ ਦੇਖੀਏ ਤਾਂ ਬਾਕੀ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਹਜੇ ਵੀ ਸੈਪਟੈਂਬਰ ਇਨਟੇਕ 'ਚ ਜੇ ਬੱਚੇ ਦੇ ਕੋਲ ਫਾਈਨੈਂਸ਼ੀਅਲ ਰੈਡੀ ਹੈ ਜੀ ਔਰ ਫੀਸ ਰੈਡੀ ਹੈ ਤੇ 2-4 ਘੰਟੇ 'ਚ ਹੀ ਆਫਰ ਲੈਟਰ ਇਸ਼ੂ ਕਰ ਰਹੇ ਆ, ਬਟ ਵਿਦਿਨ ਦਿਸ ਵੀਕ ਓਨਲੀ। ਠੀਕ ਹੈ ਠੀਕ ਹੈ, ਕਿਉਂਕਿ ਆਪਾਂ ਅਗਸਤ 'ਚ ਆ ਚੁੱਕੇ ਹਾਂ ਔਰ ਸੈਪਟੈਂਬਰ ਅਗਲੇ ਮਹੀਨੇ ਜਿਹੜੀ ਕਲਾਸਾਂ ਸ਼ੁਰੂ ਹੋ ਰਹੀਆਂ। ਉਹਦੇ ਬਾਅਦ ਜੈਨ ਇਨਟੇਕ ਹੈ। ਜੇ ਨਹੀਂ ਤੁਹਾਡੇ ਕੋਲ ਕੁਝ ਰੈਡੀ ਹੈ ਤਾਂ ਫਿਰ ਤੁਸੀਂ ਜੈਨ ਇਨਟੇਕ 'ਚ ਅਪਲਾਈ ਕਰ ਸਕਦੇ ਹੋ। ਰੀਜ਼ਨ ਬੀਇੰਗ ਕਿ ਪੋਸਟ ਸਟੱਡੀ ਵਰਕ ਪਰਮਿਟ 2 ਸਾਲ ਦਾ ਦੇ ਰਹੀ ਹੈ ਯੂਕੇ ਗਵਰਨਮੈਂਟ। ਜੌਬ ਅਪਰਚੁਨਿਟੀ ਬਹੁਤ ਜ਼ਿਆਦਾ ਹੈ। ਤੁਸੀਂ ਸੁਣਿਆ ਹੋਏਗਾ ਕਿ ਕੋਰਸ ਲੈ ਕੇ ਮਤਲਬ ਵਰਕ ਪਰਮਿਟ ਲੈ ਕੇ ਬੱਚੇ ਜਾ ਰਹੇ ਆ, ਤੇ ਇਹਦਾ ਮਤਲਬ ਜੌਬ ਅਪਰਚੁਨਿਟੀਜ਼ ਕਿੰਨੀ ਜ਼ਿਆਦਾ, ਤਾਂ ਹੀ ਉਹ ਕੋਰਸ ਲੈ ਕੇ ਜਾ ਰਹੇ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਮੈਮ ਜਿਹੜੇ ਕੁਝ ਕੁ ਸਟੂਡੈਂਟਸ ਇਹ ਵੀ ਸਵਾਲ ਨੇ ਕਿ ਜਿਹੜੀ ਪ੍ਰੀ ਕੈਸ ਇੰਟਰਵਿਊ ਆ ਰਹੀ ਹੈ, ਉਸ ਤੋਂ ਬਾਅਦ ਕੈਸ ਲੈਟਰ ਕਿੰਨੇ ਟਾਈਮ ਬਾਅਦ ਆ ਜਾਂਦੀ ਹੈ, ਔਰ ਦੂਸਰਾ ਇੰਟਰਵਿਊ ਸ਼ਬਦ ਤੋਂ ਹੀ ਸਟੂਡੈਂਟ ਹਮੇਸ਼ਾ ਘਬਰਾ ਜਾਂਦਾ ਹੈ, ਤੇ ਉਸ ਨੂੰ ਲੈ ਕੇ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਹਲੇ ਪ੍ਰੀ ਕੈਸ ਇੰਟਰਵਿਊ ਹੋਣੀ ਹੈ? ਕਿਹੜੀ ਗੱਲਾਂ ਤੇ ਉਹ ਧਿਆਨ ਜ਼ਰੂਰ ਰੱਖਣ? ਇੰਟਰਵਿਊ 'ਚ ਘਬਰਾਉਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਜਦ ਸਟੂਡੈਂਟ ਮੇਰੇ ਕੋਲ ਆਉਂਦਾ ਸਮਝੋ, ਜਾਂ ਮੇਰੇ ਸਟਾਫ ਕੋਲ ਆਉਂਦਾ, ਉਹ 3-4 ਕੁਐਸਚਨ ਉਹ ਵੀ ਪੁੱਛਦੇ ਆ। ਤੁਸੀਂ ਇਸ ਕੋਰਸ ਕਿਹੜਾ ਕੋਰਸ ਕਰਨਾ, ਕਿਹੜੀ ਯੂਨੀਵਰਸਿਟੀ ਜਾਣਾ ਹੈ ਨਾ, ਕਿੰਨੀ ਫੀਸ ਹੈ ਤੁਹਾਡੀ, ਮਤਲਬ ਤੁਹਾਡੀ ਅਫੋਰਡ ਕਰ ਸਕਦੇ ਹੋ। ਤੇ ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ, ਤੇ ਜਿਹੜਾ ਇੰਟਰਵਿਊ ਲੈ ਰਿਹਾ ਉਹ ਵੀ ਗੱਲਬਾਤ ਹੀ ਕਰ ਰਿਹਾ। ਉਹ ਵੀ ਇਹੀ ਪੁੱਛਦਾ ਕਿ ਤੁਹਾਡੇ ਜਿਹੜੀ ਯੂਨੀਵਰਸਿਟੀ ਕਿਹੜੀ ਹੈ, ਮਤਲਬ ਬੱਚੇ ਨੂੰ ਪਤਾ ਹੈ ਕਿ ਨਹੀਂ ਹੈ। ਅੱਛਾ, ਕੋਰਸ ਕਿਹੜਾ ਲਿਆ, ਉਹ ਕੋਰਸ ਕਰਕੇ ਬੈਨੀਫਿਟ ਕੀ ਮਿਲੇਗਾ, ਔਰ ਫੀਸ ਕਿੰਨੀ। 4 ਗੱਲਾਂ ਤੋਂ ਤੇ ਕੋਈ ਵੀ ਬੱਚਾ ਘਬਰਾ ਨਹੀਂ ਸਕਦਾ ਜਿਨ੍ਹਾਂ ਦੇ ਆਇਲਟਸ ਦੇ ਬੈਂਡ 6 ਹੈ ਜਾਂ 5.5 ਹੈ, ਕਿਉਂਕਿ ਯੂਕੇ ਦੀ ਰਿਕੁਆਇਰਮੈਂਟ 5.5 ਨਾਟ ਲੈਸ ਦੈਨ 5.5 ਹੈ। ਤੇ ਜੇ ਇੰਨਾ ਕਿ ਤੇ ਫਿਰ ਤੇ ਬੱਚਾ ਕੋਈ ਵੀ ਨਹੀਂ ਘਬਰਾਉਂਦਾ। ਜਿਹੜੇ ਬੱਚੇ ਨੇ ਬਿਲਕੁਲ ਹੀ ਨਹੀਂ ਪੜ੍ਹਿਆ ਉਹ ਘਬਰਾਏਗਾ, ਅਦਰਵਾਈਜ਼ ਉਹ ਨਾਰਮਲ ਗੱਲਬਾਤ ਕਰਦੇ ਆ, ਉਹ ਸਮਝਣਾ ਚਾਹੁੰਦੇ ਆ ਬੱਚੇ ਨੂੰ ਕਿ ਉਹਨੂੰ ਪਤਾ ਹੈ ਨਾ ਉਹ ਪੜ੍ਹਨ ਜਾ ਰਿਹਾ ਹੈ, ਕਿ 에ਅਰਪੋਰਟ ਤੇ ਵੀ ਕੁਐਸਚਨਿੰਗ ਹੋ ਸਕਦੀ ਹੈ, ਤੇ ਉਹਨੂੰ ਵੀ ਇਹ ਪਤਾ ਹੋਏ। ਜੀ 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 ਬਿਲਕੁਲ। ਤੇ ਮੈਮ ਆਪਾਂ ਸੈਪਟੈਂਬਰ ਲਈ ਹਲੇ ਵੀ ਕੀ ਦੇਖਦੇ ਹੋ ਜਿਹੜੇ ਸਟੂਡੈਂਟ ਹਲੇ ਮਨ ਬਣਾ ਰਹੇ ਨੇ? ਚਾਂਸਿਸ ਪਲੱਸ ਆਪਾਂ ਰਿਜ਼ਲਟਸ, ਅਗਰ ਰਿਜ਼ਲਟਸ ਦੀ ਵੀ ਗੱਲ ਕਰੀਏ, ਕਿੰਨੇ ਕੁ ਪੋਜ਼ਿਟਿਵ ਰਹਿ ਰਹੇ ਨੇ? ਯੂਕੇ ਦਾ ਤਾਂ ਦੇਖੋ 100% ਪੋਜ਼ਿਟਿਵ ਰਿਜ਼ਲਟ ਹੈ। ਜੀ ਜੀ ਜੀ। ਯੂਕੇ ਦਾ ਨੈਗੇਟਿਵ ਰਿਜ਼ਲਟ ਨਹੀਂ ਹੈ। ਨੈਗੇਟਿਵ ਮੈਂ ਇੱਕ ਬੱਚੇ ਦਾ ਦੇਖਿਆ, ਜੇ ਕਿਸੇ ਦੇ ਥਰੂ ਆਇਆ ਸੀ, ਬੱਚੇ ਦੀ ਰਿਜੈਕਸ਼ਨ ਲੈ ਕੇ ਆਪ, ਕਿਉਂਕਿ ਉਹਨੇ ਜਿਹੜੇ ਫੰਡ ਆਪਣੇ ਫਾਦਰ ਇਨ ਲਾ ਦੇ ਲਗਾਏ ਸੀਗੇ ਸਟੂਡੈਂਟ ਨੇ, ਉਹਦੇ ਆਪ ਦੇ ਪੇਰੈਂਟਸ
ਪੇਰੈਂਟਸ ਦੇ ਬਾਇਓਲੋਜੀਕਲ ਜੀ ਬਾਇਓਲੋਜੀਕਲ ਦਾ ਮਤਲਬ ਜਿਹੜੇ ਆਪ ਦੇ ਪੇਰੈਂਟਸ ਹੈ ਉਹਨਾਂ ਦਾ ਬਰਥ ਸਰਟੀਫਿਕੇਟ ਮੰਗਦੇ ਕਿ ਉਹਨਾਂ ਨੇ ਸਪਾਂਸਰ ਕੀਤੇ, ਉਹਨਾਂ ਦਾ ਰੂਲ ਹੈ, ਜਾਂ ਸਟੂਡੈਂਟ ਦੇ ਅਕਾਊਂਟ 'ਚ 28 ਡੇਜ਼ 올ਡ ਫੰਡ ਹੋਣ ਤੇ ਉਹਦਾ ਕੋਈ ਰਿਜੈਕਸ਼ਨ ਨਹੀਂ ਹੈ ਕਿਉਂ, ਔਰ ਉਹਦੇ ਜਿਹੜੀ ਹੈ ਉਹਦੇ ਕੈਸ਼ ਹੋਣੀ ਚਾਹੀਦੀ, 10 ਪੁਆਇੰਟ ਕੈਸ਼ ਦੇ ਹੁੰਦੇ, 30 ਪੁਆਇੰਟ ਇਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ, 40 ਪੁਆਇੰਟਸ ਦਾ ਵੀਜ਼ਾ ਹੁੰਦਾ ਹੈ, ਤੇ ਇਹਨਾਂ ਦੇ ਕੋਈ ਵੀ ਰਿਜੈਕਸ਼ਨ ਨਹੀਂ। ਜੀ ਬਿਲਕੁਲ। ਸੋ ਇਸ ਲਈ ਹਰ ਇੱਕ ਪੁਆਇੰਟ ਤੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਵੇਅਰ ਹੋਣਾ ਹਰ ਇੱਕ ਗੱਲ ਨੂੰ ਲੈ ਕੇ ਬਹੁਤ ਜ਼ਰੂਰੀ ਹੈ, ਔਰ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕੋਈ ਡਾਊਟ ਹੈ, ਅਗਰ ਤੁਸੀਂ ਐਡਮਿਸ਼ਨ ਬਾਰੇ ਸੋਚ ਰਹੇ ਹੋ ਔਰ ਜਨਵਰੀ 2024 ਲਈ ਚਾਹੇ ਐਡਮਿਸ਼ਨ ਚਾਹੁੰਦੇ ਹੋ, ਹੁਣੇ ਤੋਂ ਆਪਣਾ ਪ੍ਰੋਸੈਸ ਤੁਸੀਂ ਸ਼ੁਰੂ ਕਰਵਾ ਸਕਦੇ ਹੋ। ਇਸ ਨੰਬਰ ਤੇ ਕਾਲ ਕਰ ਲਓ, ਨੈਵੀਗੇਟਰ ਓਵਰਸੀਜ਼ ਤੋਂ ਪੂਰਾ ਪ੍ਰੋਸੈਸ ਸਮਝ ਕੇ ਚੰਗਾ ਹੋਏਗਾ। ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰਦੇ ਹੋ, ਅਸੈਸਮੈਂਟ ਕਰਵਾਉਂਦੇ ਹੋ, ਤਾਂ ਸਹੀ ਢੰਗ ਦੇ ਨਾਲ ਸਹੀ ਆਪਸ਼ਨਸ ਬਾਰੇ ਜਾਣ ਕੇ ਤੁਸੀਂ ਆਪਣੇ ਪ੍ਰੋਸੈਸ ਨੂੰ ਅੱਗੇ ਵਧਾ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਅੱਜ ਯੂਕੇ ਨੂੰ ਲੈ ਕੇ ਕਾਫੀ ਖਾਸ ਗੱਲਾਂ ਸਟੂਡੈਂਟਸ ਨੂੰ ਦੱਸੀਆਂ ਨੇ। ਸੋ ਅਸੀਂ ਅੱਗੋਂ ਵੀ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਫਿਲਹਾਲ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ।